हाँ जी। वाहिगुरू जी का खालसा वाहिगुरू जी की फतेह। अज असी विशेष प्रोग्राम गुरुद्वारा जिहड़ा इतिहासिक गुरुद्वारा जिहड़ा है उन्होंने प्रोग्राम के तहत पहुँचे हाँ गुरुद्वारा शहीदां लद्देवाल विखे। गल करांगे असी इस गुरुद्वारा साहब के इतिहास के पन्नियां की जिहड़े इतिहास के अंकत ने ਉਹਦੇ ਲਈ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ ਉਪਰਾਲਾ ਕਰਦੇ ਹਾਂ। ਅਸੀਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ ਤੇ ਉੱਥੋਂ ਦੇ ਜਿਹੜੇ ਗਾਂਧੀ ਸਿੰਘ ਆ ਜਾਂ ਜਿਹੜੇ ਸਿੰਘ ਸਾਹਿਬਾਨ ਜਿਹੜੇ ਉਹਨਾਂ ਵੱਲੋਂ SGPC ਵੱਲੋਂ ਜਿਹੜੇ ਕੀਤੇ ਗਏ ਆ ਨਿਯੁਕਤ ਕੀਤੇ ਗਏ ਉਹਨਾਂ ਨਾਲ ਗੱਲ ਕਰਦੇ ਹਾਂ। ਪਰ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਇੱਥੇ ਗੁਰਦੁਆਰਾ ਸ਼ਹੀਦਾਂ ਲੁਧੇਵਾਲ ਦੀ ਜਿਹੜਾ ਅਕਸਰ ਦੇਖਿਆ ਜਾਂਦਾ ਕਿ ਇੱਥੇ ਜਿਹੜੇ ਆ ਮੈਨੇਜਮੈਂਟ ਯੂਨਿਟ ਵੱਲੋਂ ਜਿਹੜੇ ਹੈੱਡ ਗ੍ਰੰਥੀ ਆ ਜਥੇਦਾਰ ਹਰਵੰਸ ਸਿੰਘ ਜੀ ਨੇ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਹਾਇਕ ਗ੍ਰੰਥੀ ਸਿੰਘ ਨੇ ਸਰਦਾਰ ਗੁਰਜਿੰਦਰ ਸਿੰਘ ਜੀ ਗਿਆਨੀ ਗੁਰਜਿੰਦਰ ਸਿੰਘ ਜੀ। ਅਸੀਂ ਅੱਜ ਇਤਿਹਾਸ ਦੇ ਜਿਹੜੇ ਪੰਨੇ ਫਰੋਲਣ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਉਹਨਾਂ ਦੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਸੀਗਾ। ਜੋ ਉਹਨਾਂ ਨੇ ਵਿਚਾਰਾਂ ਦਾ ਆਦਾਨ ਪ੍ਰਦਾਨ ਸਾਡੇ ਨਾਲ ਕੀਤਾ ਅਸੀਂ ਅੱਜ ਉਹਨੂੰ ਆਪਣੇ ਵਿਸ਼ੇਸ਼ ਪ੍ਰੋਗਰਾਮ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਦਿਦਾਰੇ ਦੇ ਤਹਿਤ ਗੱਲ ਕਰਾਂਗੇ ਇਤਿਹਾਸ ਬਾਰੇ ਗੁਰਦੁਆਰਾ ਸ਼ਹੀਦਾਂ ਲੁਧੇਵਾਲ ਦੇ। ਦੋਸਤੋ मैं ਤੁਹਾਡਾ ਹੋਸਟ ਤੇ ਦੋਸਤ ਦਲਜੀਤ ਸਿੰਘ ਅਜਨੋਹਾ। ਅੱਜ ਅਸੀਂ ਗੁਫ਼ਤਗੂ ਲਈ ਤਿਆਰ ਹਾਂ ਗਿਆਨੀ ਗੁਰਜਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਲਈ। ਗਿਆਨੀ ਗੁਰਜਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦਾਂ ਜੀ ਆਪਾਂ ਨਾਲ ਦੀ ਨਾਲ ਸਾਡੇ ਨਾਲ ਸਿੰਘ ਸਾਹਿਬ ਜਿਹੜੇ ਹੈੱਡ ਗ੍ਰੰਥੀ ਨੇ ਹਰਵੰਸ ਸਿੰਘ ਜੀ ਉਹ ਵੀ ਸਾਡੇ ਨਾਲ ਮੌਜੂਦ ਨੇ। ਅਸੀਂ ਉਹਨਾਂ ਨਾਲ ਵੀ ਇਸ ਆਦਾਨ ਪ੍ਰਦਾਨ ਦੇ ਨਾਲ ਵਿਚਾਰ ਜ਼ਰੂਰ ਕਰਾਂਗੇ। ਗਿਆਨੀ ਗੁਰਜਿੰਦਰ ਸਿੰਘ ਜੀ ਤੁਸੀਂ ਸਾਨੂੰ ਜਿਹੜਾ ਗੁਰਦੁਆਰਾ ਸ਼ਹੀਦਾਂ ਲੁਧੇਵਾਲ ਇਹਦੇ ਇਤਿਹਾਸ ਬਾਰੇ ਜਿਹੜਾ ਸਾਡੇ ਦਰਸ਼ਕਾਂ ਨੂੰ ਦੱਸੋ ਤਾਂ ਕਿ ਜਿਹੜੇ ਆ ਅਸੀਂ ਇਹ ਫੈਸਲਾ ਕੀਤਾ ਹੈ ਵੀ ਇਸ ਲੋਕਡਾਊਨ ਦੇ ਨਾਲ COVID-19 ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਇੱਥੇ ਦਰਸ਼ਨ ਕਰਨ ਆਉਂਦੇ ਚਾਹੁੰਦੀਆਂ ਸੀ ਪਿਛਲੇ 3-4 ਮਹੀਨੇ ਤੋਂ ਰੁਕੀਆਂ ਆ ਤੇ ਅਸੀਂ ਚਾਹੁੰਦੇ ਹਾਂ ਇਸ ਚੈਨਲ ਦੇ ਮਾਧਿਅਮ ਰਾਹੀਂ ਉਹ ਜਿਹੜੇ ਦਰਸ਼ਨ ਦਿਦਾਰੇ ਇਸ ਇਤਿਹਾਸ ਤੋਂ ਉਹ ਜਾਣੂ ਹੋ ਸਕਣ। ਸਭ ਤੋਂ ਪਹਿਲਾਂ ਆਪ ਜੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਇਸ ਪਾਵਨ ਸਥਾਨ ਦੇ ਇਤਿਹਾਸ ਔਰ ਦਰਸ਼ਨਾਂ ਨੂੰ ਸਮੂਹ ਸੰਗਤਾਂ ਤੱਕ ਮੀਡੀਆ ਰਾਹੀਂ ਪਹੁੰਚਾਉਣ ਦਾ ਆਪ ਜੀ ਨੇ ਯਤਨ ਕੀਤਾ ਹੈ। ਮੇਰੇ ਨਾਲ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਹਰਵੰਸ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਵੀ ਵਿਰਾਜਮਾਨ ਨੇ। ਤੋ ਇਹ ਪਾਵਨ ਸਥਾਨ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ। ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ ਤੇ ਬੜਾ ਹੀ ਖੂਬਸੂਰਤ ਇਤਿਹਾਸ ਸਾਨੂੰ ਇਸ ਦੇ ਬਾਬਤ ਪ੍ਰਾਪਤ ਹੁੰਦਾ ਹੈ। ਜਿਸ ਸਮੇਂ ਜੇਦੋਂ ਦਾ ਰਹਿਣ ਵਾਲਾ ਦੇਵੀਦਾਸ ਬ੍ਰਾਹਮਣ ਜਿਹਦਾ ਨਾਮ ਇਤਿਹਾਸ ਦੇ ਵਿੱਚ ਦੇਵਦਾਸ ਵੀ ਹੈ ਦੇਵਕੀ ਦਾਸ ਵੀ ਕਿਹਾ ਹੈ। ਪ੍ਰਮੁੱਖ ਤੌਰ 'ਤੇ ਉਹਨੂੰ ਦੇਵੀਦਾਸ ਕਿਹਾ ਹੈ। ਉਹ ਦੇਵੀਦਾਸ ਆਪਣੀ ਘਰਵਾਲੀ ਦਾ ਡੋਲਾ ਵੱਡਾ ਬਜਵਾੜਾ ਜਾਂ ਬਜਵਾੜਾ ਕਲਾਂ ਹੁਸ਼ਿਆਰਪੁਰ ਦੇ ਨਜ਼ਦੀਕ ਉੱਥੋਂ ਲੈਣ ਵਾਸਤੇ ਗਿਆ। ਆਪ ਭਲੀ ਪ੍ਰਕਾਰ ਜਾਣਦੇ ਹੋ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਕਾਰਜ ਬਚਪਨ ਵਿੱਚ ਕੀਤੇ ਜਾਂਦੇ ਸੀ ਤੇ ਜਵਾਨੀ ਦੀ ਅਵਸਥਾ ਵਿੱਚ ਜਾ ਕੇ ਮੁਕਲਾਵੇ ਲਏ ਜਾਂਦੇ ਸਨ। ਇਸੇ ਰੀਤ ਅਨੁਸਾਰ ਦੇਵੀਦਾਸ ਆਪਣੀ ਘਰਵਾਲੀ ਦਾ ਡੋਲਾ ਲੈਣ ਲਈ ਬਜਵਾੜਾ ਤੋਂ ਪਹੁੰਚਿਆ ਤੇ ਵਾਪਸ ਚੱਲ ਕੇ ਆ ਰਿਹਾ ਸੀ। ਜਿਸ ਵੇਲੇ ਬਸੀ ਕਲਾਂ ਨਗਰ ਦੇ ਪਾਸ ਪਹੁੰਚਿਆ ਇੱਥੋਂ ਦਾ ਹਾਕਮ ਹੈ ਜਾਬਰ ਖਾਂ, ਜਿਹਦੀ ਰੀਤ ਬੜੀ ਖੋਟੀ ਹੈ ਤੇ ਬੜੇ ਖੋਟੇ ਕੰਮ ਕਰਦਾ ਹੈ। ਇਲਾਕੇ ਦੇ ਵਿੱਚ ਉਹਦੇ ਨਾਮ ਦਾ ਬੜਾ ਭੈ ਹੈ ਡਰ ਹੈ। ਇਹੀ ਰੀਤ ਉਸਨੇ ਬ੍ਰਾਹਮਣ ਦੇਵਦਾਸ ਦੇ ਨਾਲ ਕਮਾਈ ਹੈ। ਦੇਵੀਦਾਸ ਦੀ ਘਰਵਾਲੀ ਦਾ ਡੋਲਾ ਖੋਹ ਕੇ ਉਹਨੇ ਆਪਣੇ ਮਹਿਲਾਂ ਵਿੱਚ ਪਾਇਆ ਹੈ। ਔਰ ਉਸ ਵੇਲੇ ਬ੍ਰਾਹਮਣ ਦੇਵੀਦਾਸ ਨੇ ਬੜੀ ਪੁਕਾਰ ਕੀਤੀ ਪਰ ਕਿਸੇ ਪ੍ਰਕਾਰ ਉਹਦੀ ਬੇਨਤੀ ਕਿਸੇ ਨੇ ਸੁਣੀ ਨਹੀਂ ਹੈ। ਇਹ ਸਾਰੇ ਪ੍ਰਸੰਗ ਨੂੰ ਕਵੀਰਾਜ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 5ਵੀਂ ਰੁੱਤ ਦੇ 33ਵੇਂ ਅੰਸ਼ ਦੇ ਵਿੱਚ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ। ਜਿਸ ਵੇਲੇ ਬ੍ਰਾਹਮਣ ਨੂੰ ਕਿਸੇ ਪਾਸੋਂ ਕੋਈ ਢੋਈ ਨਾ ਮਿਲੀ ਤਾਂ ਕਲਗੀਧਰ ਸਾਹਿਬ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਜਾ ਕਰਕੇ ਫਰਿਆਦੀ ਹੋਇਆ, ਬੇਨਤੀ ਕੀਤੀ ਹੈ। ਜਿਸ ਵੇਲੇ ਰੋਂਦੇ ਕਰਲਾਉਂਦੇ ਨੇ ਜਾ ਕਰਕੇ ਤਾਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੀ ਆਵਾਜ਼ ਸੁਣੀ। ਕਵੀਰਾਜ ਬੇਨਤੀ ਕਰਕੇ ਉਸ ਬ੍ਰਾਹਮਣ ਦੀ ਬੇਨਤੀ ਜਿਹੜੀ ਹੈ ਕਿਵੇਂ ਉਹਨੇ ਬਿਆਨ ਕੀਤੀ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਕਹਿੰਦੇ ਇੱਕ ਦੇ ਜਦੀਨ ਦੁਖੀ ਚਲ ਆਇਓ ਰੋਦ ਉੱਚੇ ਬਾਗ ਸੁਣਾਇਓ। ਵਿਰਾਗ ਕਰਦਾ ਰੋਂਦਾ ਹੋਇਆ ਉੱਚੀ ਆਵਾਜ਼ ਵਿੱਚ ਪਹੁੰਚਿਆ, हे ਪ੍ਰਭ ਹਿੰਦ ਧਰਮ ਕੀ ਤੁਜਾ ਦੀਨ ਦਿਆਲ ਦੀਰਘ ਦਲ ਪੁਜਾ। ਮਹਾਰਾਜ ਆਪ ਦਾ ਬਲ ਬੜਾ ਹੈ, ਆਪ ਸਾਡੇ ਧਰਮ ਦੀ ਰੱਖਿਆ ਕਰਨ ਵਾਲੇ ਹੋ। ਸਭ ਥਲ ਤੇ ਮੈਂ ਹੋਏ ਨਿਰਾਸੀ ਚੱਲ ਆਇਓ ਰਾਵਣ ਕੇ ਪਾਸੀ। ਸਾਰੇ ਥਾਵਾਂ ਤੋਂ ਮੈਂ ਨਿਰਾਸ਼ਾ ਹੋ ਕੇ ਆਪ ਜੀ ਦੇ ਪਾਸ ਆਇਆ। ਕਲਗੀਧਰ ਸਾਹਿਬ ਨੇ ਉਹਦੀ ਆਵਾਜ਼ ਸੁਣੀ, ਸੇਵਕ ਨੂੰ ਭੇਜਿਆ ਤੇ ਉਹਦੀ ਬੇਨਤੀ ਸੁਣੀ ਹੈ।
ਕਹਿੰਦਾ ਹੈ ਪੁਰ ਹੁਸ਼ਿਆਰ ਨਿਕਟ ਇੱਕ ਬਸੀ ਬਸੈ ਪਠਾਨ ਤਾਹਾਂ ਮਤ ਨਸੀ। ਹੁਸ਼ਿਆਰਪੁਰ ਦੇ ਨਜ਼ਦੀਕ ਇੱਕ ਬਸੀ ਨਗਰ ਹੈ ਜਿੱਥੇ ਪਠਾਨ ਵਸਦਾ, ਜਿਹਦਾ ਨਾਂ ਜਾਵਰ ਖਾਨ। ਮੱਤ ਉਹਦੀ ਖੋਟੀ ਹੈ, ਖੋਟੇ ਕੰਮ ਕਰਦਾ ਮਹਾਰਾਜ। ਮੈਂ ਮੁਕਲਾਏ ਬਧੂ ਕੋ ਡੋਰਾ ਗਵਨਤ ਜਾਤ ਆਪਣ ਘਰ ਉਰਾ। ਮੈਂ ਆਪਣੀ ਬਧੂ ਦਾ ਘਰ ਵਾਲੀ ਦਾ ਡੋਲਾ ਲੈ ਕੇ ਆਪਣੇ ਘਰ ਵੱਲ ਚੱਲਦਾ ਜਾ ਰਿਹਾ ਸੀ ਤਾਂ ਮਹਾਰਾਜ ਕਰੀ ਬਿਲੋਕਣ ਤਿੰਨ ਮਮਦਾਰਾ ਸ਼ੀਨ ਬਰਿਓ ਨੇ ਸਦਨ ਮਝਾ। ਮੇਰੀ ਘਰ ਵਾਲੀ ਦਾ ਡੋਲਾ ਖੋਹ ਕੇ ਜਿਸ ਵੇਲੇ ਉਹਨੇ ਦੇਖਿਆ ਸੁੰਦਰ ਰੂਪ, ਡੋਲਾ ਖੋਹ ਕੇ ਆਪਣੇ ਘਰ ਵਿੱਚ ਲੈ ਕਰਕੇ ਪ੍ਰਵੇਸ਼ ਹੋ ਗਿਆ, ਬਣ ਗਿਆ ਹੈ ਜਾਵਰ ਖਾਨ। ਮਹਾਰਾਜ ਮੈਂ ਉਸ ਵੇਲੇ ਜਾ ਜੋ ਜਬ ਉੱਚੇ ਕੀਨ ਪੁਕਾਰਾ, ਤਾਂ ਉਸ ਵੇਲੇ ਜਦੋਂ ਪੁਕਾਰ ਕੀਤੀ ਉਹਨੇ ਸੁਣੀ ਨਹੀਂ ਹੈ। ਨਰ ਤੇ ਗਹਿਵਾਇਓ ਬਹੁ ਮਾਰਾ, ਆਪਣੇ ਨੌਕਰਾਂ ਤੋਂ ਪਕੜਵਾ ਕਰਕੇ ਬੜਾ ਮਾਰਿਆ ਉਸਨੇ। ਕਾਜੀ ਕੋਟ ਵਾਰ ਟਿਕ ਫਿਰਿਓ ਕਿਨਹੂ ਨਿਆਓ ਨਾ ਮੇਰੋ ਕਰਿਓ। ਕਾਜ਼ੀਆਂ ਕੋਟਵਾਲਾਂ ਦੇ ਪਾਸ ਗਿਆ ਪਰ ਮੇਰਾ ਨਿਆਂ ਨਹੀਂ ਕੀਤਾ ਕਿਸੇ ਨੇ। ਗਰੀਬ ਨਿਵਾਜ ਹੁਣ ਮੈਂ ਆਪ ਜੀ ਦੇ ਚਰਨਾਂ ਵਿੱਚ ਆਇਆ ਹਾਂ, ਕਿਰਪਾ ਕਰੋ ਮੇਰੀ ਘਰਵਾਲੀ ਦਾ ਡੋਲਾ ਮੈਨੂੰ ਵਾਪਸ ਦਿਵਾਓ, ਨਹੀਂ ਤਾਂ ਮਹਾਰਾਜ ਸ਼੍ਰੀ ਪ੍ਰਭ ਕਹਿ ਅਬ ਤਰੀ ਕੋ ਪਾਉ ਨਦ ਤੋਂ ਆਪ ਦੁਆਰ ਅਗਰ ਜਲ ਜਾਉ। ਜਾਂ ਤਾਂ ਮੈਨੂੰ ਮੇਰੀ ਘਰਵਾਲੀ ਦਾ ਡੋਲਾ ਵਾਪਸ ਦਿਵਾਓ, ਨਹੀਂ ਤੇ ਮਹਾਰਾਜ ਮੈਂ ਆਪ ਜੀ ਦੇ ਦਰ ਤੇ ਅੱਗ ਲਾ ਕੇ ਸੜ ਕੇ ਮਰ ਜਾਵਾਂਗਾ। ਮੇਰਾ ਕੋਈ ਜਿਉਣਾ ਜੀਉਣਾ ਨਹੀਂ, ਜੀਵਨ ਧਰਮ ਨਹੀਂ ਅਬ ਮੇਰਾ, ਤੁਮ ਬਿਨ ਜਤਨ ਨਹੀਂ ਕੋ ਹੈਰਾ। ਆਪ ਜੀ ਤੋਂ ਬਿਨਾਂ ਕੋਈ ਜਤਨ ਹੋਰ ਨਹੀਂ ਵੇਖਿਆ, ਹੁਣ ਮੇਰਾ ਕੋਈ ਜਿਉਣਾ ਨਹੀਂ। ਗੁਰਬਾਣੀ ਦਾ ਵਚਨ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜੇ ਇੱਜ਼ਤ ਪਾਤੀ ਨਹੀਂ ਤਾਂ ਸਾਰਾ ਜੀਵਨ ਜਿਹੜਾ ਹੈ ਨਾ ਹਰਾਮ ਹੈ। ਇਸ ਲਈ ਨੇ ਬੇਨਤੀ ਕੀਤੀ ਹੈ, ਕਲਗੀਧਰ ਸੱਚੇ ਪਾਤਸ਼ਾਹ ਨੇ ਉਸ ਦੀ ਬੇਨਤੀ ਸੁਣੀ। ਆਪਣੇ ਵੱਡੇ ਫਰਜ਼ੰਦ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ 100 ਸਿੰਘਾਂ ਦਾ ਜਥਾ ਦੇ ਕਰਕੇ ਇਤਿਹਾਸ ਦੇ ਪੰਨਿਆਂ ਅਨੁਸਾਰ ਇਸ ਥਾਂ ਦੇ ਵੱਲ ਭੇਜਣਾ ਕੀਤਾ ਹੈ ਕਿ ਜਾ ਕਰਕੇ ਉਸ ਜਾਵਰ ਖਾਨ ਨੂੰ ਸ਼ੋਧ ਕਰਕੇ ਜਿਉਂਦੇ ਨੂੰ ਫੜ ਕੇ ਸਾਡੇ ਪਾਸ ਲਿਆਉਣਾ ਕਰੋ, ਔਰ ਦੇਵਦਾਸ ਤੇ ਉਹਦੀ ਘਰਵਾਲੀ ਦੋਵਾਂ ਨੂੰ ਇੱਥੇ ਨਾਲ ਲੈ ਕਰਕੇ ਆਉਣਾ ਕਰੋ। ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਕਲਗੀਧਰ ਸਾਹਿਬ ਦੇ ਹੁਕਮ ਨਾਲ ਉਸੇ ਵੇਲੇ ਚੱਲੇ ਨੇ, ਸਤਲੁਜ ਦਰਿਆ ਨੂੰ ਪਾਰ ਕੀਤਾ ਹੈ। ਆਪ ਜਾਣਦੇ ਹੋ ਉਸ ਵੇਲੇ ਸਤਲੁਜ ਦਰਿਆ ਦਾ ਵਹਿਣ ਬੜਾ ਵੱਡਾ ਵਗਦਾ ਸੀ। ਪਾਰ ਕਰਕੇ ਜਿਸ ਵੇਲੇ ਉਤਰੇ ਹਨ, ਇਲਾਕੇ ਦੇ ਜਿਹੜੇ ਪਿਆਰੇ ਸਿੱਖ ਸਨ ਉਹਨਾਂ ਨੂੰ ਨਾਲ ਲਿਆ ਹੈ। ਬਾਬਾ ਰਤਨ ਸਿੰਘ ਜੀ ਚੱਬੇਵਾਲ ਤੋਂ ਹਨ। ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਦੇ ਜਥੇ ਦੇ ਵਿੱਚ ਭਾਈ ਉਦੈ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਜੈਤਾ ਜੀ, ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਲਿਆਉਣਾ ਕੀਤਾ ਸੀ, ਜੋ ਅੰਮ੍ਰਿਤ ਛਕ ਕਰਕੇ ਬਾਅਦ ਵਿੱਚ ਭਾਈ ਜੀਵਨ ਸਿੰਘ ਹੋਏ। ਉਹ ਭਾਈ ਜੀਵਨ ਸਿੰਘ ਜੀ ਨਾਲ ਭਾਈ ਈਸ਼ਰ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਦੇਵਾ ਸਿੰਘ ਜੀ ਆਦਿ ਗੁਰਸਿੱਖ ਮਹਾਂ ਸਿੰਘ ਜੀ, ਮੰਗਲ ਸਿੰਘ ਜੀ, ਕਿੰਨੇ ਸਾਰੇ ਐਸੇ 100 ਦੀ ਗਿਣਤੀ ਦੇ ਸਿੱਖ ਨਾਲ ਆਏ ਨੇ। ਆਣ ਕਰਕੇ ਸ਼ਾਮ ਦੇ ਸਮੇਂ ਡਾਕਟਰ ਰਤਨ ਸਿੰਘ ਜੱਗੀ ਦੇ ਕਥਨ ਅਨੁਸਾਰ ਸਿੱਖ ਪੰਥ ਵਿਸ਼ਵ ਕੋਸ਼ ਦੇ ਵਿੱਚ ਜਿਹੜੀ ਉਹਨਾਂ ਨੇ ਤਰੀਕ ਦੱਸੀ ਹੈ 1703 1 ਮਾਰਚ ਦਿਨ ਐਤਵਾਰ ਨੂੰ ਸ਼ਾਮ ਦੇ ਸਮੇਂ ਆਣ ਕਰਕੇ ਬਸੀ ਕਲਾਂ ਦੇ ਸਥਾਨ ਤੇ ਜਾਵਰ ਖਾਂ ਦੇ ਥਾਂ ਤੇ ਆ ਕੇ ਹਮਲਾ ਕੀਤਾ। ਜੰਗ ਹੋਇਆ ਜਿਹਦੇ ਵਿੱਚ ਜਾਵਰ ਖਾਂ ਦੇ ਕੁਝ ਸਾਥੀ ਤਾਂ ਡਰਦੇ ਮਾਰੇ ਭੱਜ ਗਏ, ਕੁਝ ਨੇ ਮੁਕਾਬਲਾ ਕੀਤਾ ਜਿਹਦੇ ਵਿੱਚ ਉਹ ਸਾਰੇ ਮਾਰੇ ਗਏ, ਗੁਰੂ ਕੇ ਸਿੰਘ ਫੱਟੜ ਹੋਏ ਹਨ। ਉਸ ਸਮੇਂ ਜਾਵਰ ਖਾਂ ਦੀਆਂ ਮੁਸ਼ਕਾਂ ਬੰਨੀਆਂ ਹਨ ਔਰ ਜਿੰਨੇ ਸਿੱਖ ਹਨ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਸਰੀਰਾਂ ਨੂੰ ਲੈ ਕਰਕੇ 7ਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਹਰੀਆਂ ਬੇਨਾ ਸਾਹਿਬ ਦੇ ਸਥਾਨ ਤੇ ਜਾ ਸੰਸਕਾਰ ਕੀਤਾ ਹੈ। ਰਾਤ ਦਾ ਸਮਾਂ ਵਿਸ਼ਰਾਮ ਕਰਕੇ 2 ਮਾਰਚ ਦਿਨ ਸੋਮਵਾਰ 1703 ਈਸਵੀ ਨੂੰ ਇਸ ਸਥਾਨ ਦੇ ਉੱਤੇ ਪਹੁੰਚਦੇ ਹਨ, ਜਿਨ੍ਹਾਂ ਵਿੱਚ 2 ਸਿੰਘ ਗੰਭੀਰ ਜ਼ਖਮੀ ਸਨ। ਉਹਨਾਂ ਦਾ ਸੰਸਕਾਰ ਅਗਲੇ ਦਿਨ ਮੰਗਲਵਾਰ ਨੂੰ, ਜਿਸ ਵੇਲੇ ਉਹਨਾਂ ਨੇ ਸ਼ਹੀਦੀ ਅੰਮ੍ਰਿਤ ਵੇਲੇ ਪ੍ਰਾਪਤ ਕੀਤੀ ਹੈ, ਜ਼ਖਮਾਂ ਦੀ ਤਾਬ ਨਾਲ ਸਹਾਰਦਿਆਂ ਹੋਇਆ ਮੰਗਲਵਾਰ 1703 ਈਸਵੀ ਮਾਰਚ 3 ਨੂੰ ਇੱਥੇ ਕਰਨਾ ਕੀਤਾ। ਦੋਵਾਂ ਦਾ ਸੰਸਕਾਰ ਕਰਨ ਤੋਂ ਪਿੱਛੋਂ ਸਾਹਿਬ ਬਾਬਾ ਅਜੀਤ ਸਿੰਘ ਜੀ ਦੇਵੀ ਦਾਸ ਬ੍ਰਾਹਮਣ, ਉਸ ਦੀ ਘਰਵਾਲੀ ਤੇ ਜਾਵਰ ਖਾਂ ਜੀ ਦੀਆਂ ਮੁਸ਼ਕਾਂ ਬਣੀਆਂ ਹੋਈਆਂ ਨੇ ਨਾਲ ਲੈ ਕਰਕੇ ਅਨੰਦਪੁਰ ਸਾਹਿਬ ਪਹੁੰਚ ਗਏ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਦਿਜ ਕੀ ਇਸਤਰੀ ਦਿਜ ਕੋ ਦਈ, ਆਸ਼ਿਕ ਬਾਦ ਦੋਨੋਂ ਕੋ ਦਈ, ਦੋਵਾਂ ਨੂੰ ਸੁੱਖ ਦੀ ਅਸੀਸ ਦਿੱਤੀ ਹੈ ਤੇ ਉਸ ਦੀ ਇਸਤਰੀ ਉਹਨੂੰ ਦੇ ਕਰਕੇ ਵਾਪਸ ਤੋਰਿਆ ਹੈ। ਉਸ ਵੇਲੇ ਸਾਧ ਸੰਗਤ ਦੀ ਇਤਿਹਾਸ ਦੀ ਮਿਸਾਲ ਇਹ ਕਾਇਮ ਕੀਤੀ ਕਲਗੀਧਰ ਸਾਹਿਬ ਜੀ ਨੇ, ਬ੍ਰਾਹਮਣ ਦੀ ਘਰਵਾਲੀ ਵਾਪਸ ਤੋਰ ਕਰਕੇ ਤੇ ਜਿਹੜਾ ਜਾਵਰ ਖਾਂ ਸੀ ਉਹਨੂੰ ਸਜ਼ਾ ਕੀ ਦਿੱਤੀ ਹੈ। ਇਤਿਹਾਸ ਕਹਿੰਦਾ ਉਸ ਵੇਲੇ ਤੁਰਕ ਪਠਾਨ ਅਦਕ ਗਡਵਾਇਓ
ਤੀਰਨ ਸੋ ਤਿਸ ਕੋ ਮਰਵਾਇਓ। ਧਰਤੀ ਦੇ ਵਿੱਚ ਅੱਧਾ ਉਹਨੂੰ ਜਿਉਂਦੇ ਨੂੰ ਗੱਡਿਆ ਹੈ, ਤੀਰ ਮਾਰ ਮਾਰ ਕੇ ਉਸ ਨੂੰ ਮਾਰ ਦੇਣਾ ਕੀਤਾ ਹੈ। ਇਹ ਉਸ ਨੂੰ ਸਜ਼ਾ ਦੇਣਾ ਕੀਤੀ ਹੈ। ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਭਾਵੇਂ ਚਮਕੌਰ ਦੀ ਗੜੀ ਵਿੱਚ ਜੰਗ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਹੈ, ਸਰਸਾ ਦੇ ਕਿਨਾਰੇ ਦੇ ਉੱਤੇ ਵੱਡਾ ਭਾਰੀ ਜੰਗ ਕੀਤਾ ਹੈ, ਆਗਮਗੜ੍ਹ ਦੇ ਜੰਗ ਦੇ ਵਿੱਚ ਵੀ ਆਪਣੀ ਸ਼ਸਤਰ ਵਿਦਿਆ ਦੇ ਮਹਾਨ ਜੌਹਰ ਵਿਖਾਏ ਹਨ। ਪਰ ਸਾਧ ਸੰਗਤ ਦੀ ਇੱਕੋ ਇੱਕ ਜੰਗ ਹੈ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਦੇ ਜੀਵਨ ਦਾ, ਜਿਨ੍ਹਾਂ ਨੇ ਆਪਣੀ ਜਿਹੜਾ ਜੰਗ ਆਪਣੀ ਜਥੇਦਾਰੀ ਦੇ ਵਿੱਚ ਇਸ ਇਲਾਕੇ ਵਿੱਚ ਕੀਤਾ ਹੈ। ਸੋ ਇਹ ਉਹ ਸਥਾਨ ਹੈ ਜਿੱਥੇ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨ ਪਾ ਕਰਕੇ ਸਥਾਨ ਨੂੰ ਸ਼ਹੀਦਾਂ ਨੇ ਆਪਣੇ ਰਤ ਦਾ ਕਿਣਕਾ ਕਿਣਕਾ ਵਹਾ ਕਰਕੇ ਪੂਜਣਯੋਗ ਕੀਤਾ ਹੈ। ਅੱਜ ਅਸੀਂ ਵਡਭਾਗੇ ਹਾਂ ਜੋ ਇਸ ਸਥਾਨ ਦੇ ਉੱਤੇ ਸੇਵਾਵਾਂ ਕਰਦੇ। ਗੁਰੂ ਸਾਹਿਬ ਸ਼ਹੀਦਾਂ ਨੇ ਆਪਣੇ ਚਰਨਾਂ ਵਿੱਚ ਸਾਨੂੰ ਰੱਖ ਕਰਕੇ ਸੇਵਾਵਾਂ ਦਾ ਸੁਭਾਗ ਸਮਾਂ ਬਖਸ਼ਿਆ ਹੈ। ਆਪ ਸੰਗਤਾਂ ਧੰਨਵਾਦਯੋਗ ਹੋ, ਵੱਡੇ ਭਾਗਾਂ ਵਾਲੇ ਹੋ ਜੋ ਆਣ ਕਰਕੇ ਇਸ ਪਾਵਨ ਸਥਾਨ ਤੇ ਦਰਸ਼ਨ ਦੀਦਾਰ ਕਰਦੇ, ਸੇਵਾਵਾਂ ਕਰਦੇ ਹੋ। ਸਤਿਗੁਰੂ ਮਹਾਰਾਜ ਸਾਹਿਬ ਸਭ ਨੂੰ ਆਪਣੇ ਦਰੋਂ ਕਰੋ, ਗੁਰਸਿੱਖੀ ਜੀਵਨ ਦੀ ਦਾਤ, ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨ ਜੀ। ਬਹੁਤ ਬਹੁਤ ਧੰਨਵਾਦ ਗਿਆਨੀ ਗੁਰਜਿੰਦਰ ਸਿੰਘ ਜੀ, ਗਿਆਨੀ ਹਰਵੰਸ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦਾਂ ਲੱਦੇਵਾਲ ਜੀ। ਦੋਸਤੋ, ਇਹ ਸਾਡੇ ਗਿਆਨੀ ਗੁਰਜਿੰਦਰ ਸਿੰਘ ਜੀ ਨੇ ਸਾਨੂੰ ਗੁਰਦੁਆਰਾ ਸ਼ਹੀਦਾਂ ਲੱਦੇਵਾਲ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਅਸੀਂ ਦੱਸ ਦਈਏ ਕਿ ਸਿੱਖ ਕੌਮ ਜਿਹੜਾ ਸਿੱਖ ਇਤਿਹਾਸ ਆ ਕੁਰਬਾਨੀਆਂ ਦੇ ਨਾਲ ਭਰਿਆ ਪਿਆ। ਇਹਦੇ ਵਿੱਚ ਕੋਈ ਲਾਮਿਸਾਲ ਹੈ, ਕੋਈ ਇਹੋ ਜਿਹੀ ਚੀਜ਼ ਨਹੀਂ ਜਿੱਥੇ ਅਸੀਂ ਕਿਤੇ ਕਿੰਤੂ ਪਰੰਤੂ ਕਰ ਸਕੀਏ। ਇੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ, ਜਿੱਥੇ ਜਿਵੇਂ ਕਿ ਗਿਆਨੀ ਗੁਰਜਿੰਦਰ ਸਿੰਘ ਜੀ ਹੋਰਾਂ ਨੇ ਦੱਸਿਆ ਕਿ ਇੱਥੇ ਉਹਨਾਂ ਨੇ ਆਪਣੀ ਜਿਹੜੀ ਆਰਜਾ ਦੀ ਜਿਹੜੀ ਜੰਗ ਇੱਥੇ ਲੜੀ ਆ। ਅਸੀਂ ਇਸ ਇਤਿਹਾਸ ਦੇ ਰਾਹੀਂ ਜਿਹੜਾ ਇਹਨਾਂ ਦੇ ਮੁਖਾਰ ਬਿੰਦ ਤੋਂ ਆਪਣੇ ਦਰਸ਼ਕਾਂ ਦੇ, ਆਪਣੇ ਸਰੋਤਿਆਂ ਦੇ ਰਾਹੀਂ ਜਿਹੜਾ ਇਹਨਾਂ ਤੋਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਇਸ ਇਤਿਹਾਸ ਨੂੰ ਇਤਿਹਾਸ ਦੇ ਪੰਨਿਆਂ ਦੇ ਅੰਦਰ ਰਹਿੰਦੇ ਹੋਏ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਵਾਮ ਤੱਕ, ਲੋਕਾਂ ਤੱਕ, ਸੰਗਤਾਂ ਤੱਕ ਪਹੁੰਚਾਈਏ। ਆਪਣੇ ਗਿਆਨੀ ਗੁਰਜਿੰਦਰ ਸਿੰਘ ਜੀ, ਅਸੀਂ ਸਾਡਾ ਇੱਕ ਹੋਰ ਉਪਰਾਲਾ ਆ ਕਿ ਤੁਸੀਂ ਇਤਿਹਾਸ ਦੇ ਦੌਰਾਨ ਜਿਹੜੀ ਗੱਲਬਾਤ ਕਰਦੇ ਹਾਂ, ਇਹਦੇ ਦੌਰਾਨ ਜਿਹੜੀ ਕੋਈ ਆਪਾਂ ਗੱਲ ਵਿਸਰ ਗਏ ਹਾਂ ਜਾਂ ਮੈਂ ਵਿਸਰ ਗਿਆ ਜਾਂ ਆਪ ਜੀ ਇਸ ਗੱਲ ਤੋਂ ਕਿਤੇ ਵਿਸਰ ਗਏ ਹਾਂ, ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ। ਇਤਿਹਾਸ ਬੜਾ ਲੰਮੇਰਾ ਹੈ, ਕਹਿੰਦਿਆਂ ਕਈ ਪ੍ਰਕਾਰ ਦੀਆਂ ਗੱਲਾਂ ਬਚਨ ਰਹਿ ਵੀ ਜਾਂਦੇ ਨੇ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਾ ਜੀ ਦਾ ਇਹ ਪਾਵਨ ਸਥਾਨ ਹੈ। ਇਸ ਪਾਵਨ ਸਥਾਨ ਦੇ ਉੱਤੇ ਜੋ ਮੰਗਲਵਾਰ ਦੇ ਦਿਨ ਹੀ ਸ਼ਹੀਦਾਂ ਸਿੰਘਾਂ ਦਾ ਸੰਸਕਾਰ ਹੋਇਆ ਸੀ, ਉਸੇ ਸੰਬੰਧ ਵਿੱਚ ਬੜੇ ਲੰਮੇ ਸਮੇਂ ਤੋਂ ਮੰਗਲਵਾਰ ਦੇ ਦੀਵਾਨ ਸਜਦੇ ਹਨ। ਭਾਵੇਂ ਕਿ ਹੁਣ ਸਮੇਂ ਦੀ ਇਹੋ ਜਿਹੀ ਮੰਗ ਹੈ, ਕੋਵਿਡ-19 ਦੇ ਕਰਕੇ ਜੋ ਕਰੋਨਾ ਮਹਾਮਾਰੀ ਫੈਲੀ ਹੋਈ ਹੈ, ਦੀਵਾਨ ਹਲੇ ਨਹੀਂ ਸਜ ਰਹੇ। ਪਰ ਸੰਗਤਾਂ ਜਾਣਦੀਆਂ ਨੇ ਹਰੇਕ ਮੰਗਲਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਆਣ ਕੇ ਸੰਗਤਾਂ ਨਮਸਕਾਰਾਂ ਕਰਦੀਆਂ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਹਰੇਕ ਜੇਠੇ ਮੰਗਲਵਾਰ ਅੰਮ੍ਰਿਤ ਸੰਚਾਰ ਹੁੰਦਾ ਹੈ। ਇੱਥੇ ਸਾਡੇ ਬਾਬਾ ਹਰਵੰਸ ਸਿੰਘ ਜੀ ਬੜੇ ਲੰਮੇ ਸਮੇਂ ਤੋਂ ਬੜੀਆਂ ਸੇਵਾਵਾਂ ਗੁਰੂ ਸਾਹਿਬ ਦੀ ਸ਼ਹੀਦਾਂ ਦੀ ਬਖਸ਼ਿਸ਼ ਦੇ ਨਾਲ ਨਿਭਾ ਰਹੇ ਨੇ। ਸੰਗਤਾਂ ਦਾ ਬੜਾ ਪ੍ਰੇਮ ਹੈ, ਵੱਧ ਚੜ੍ਹ ਕੇ ਸਾਰੀਆਂ ਸੰਗਤਾਂ ਸੇਵਾਵਾਂ ਕਰਦੀਆਂ ਨੇ। ਸਰਦਾਰ ਅਵਤਾਰ ਸਿੰਘ ਜੀ ਮੈਨੇਜਰ ਸਾਹਿਬ, ਜਿਹੜੇ ਦਫ਼ਤਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਵੱਲੋਂ ਜਿਨ੍ਹਾਂ ਦੀ ਇੱਥੇ ਨਿਯੁਕਤੀ ਹੈ, ਬੜੇ ਸੁਚੱਜੇ ਢੰਗ ਨਾਲ ਸਾਰੇ ਪ੍ਰਬੰਧ ਨੂੰ ਚਲਾ ਰਹੇ ਨੇ। ਸੰਗਤਾਂ ਦਾ ਬੜਾ ਸਹਿਯੋਗ ਹੈ, ਬੜੀ ਭਾਰੀ ਸੇਵਾ ਸੰਗਤਾਂ ਨਿਭਾਉਂਦੀਆਂ ਹਨ। ਔਰ ਇੱਥੋਂ ਦੇ ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਹਨ, ਉਹ ਵੀ ਆਪਣਾ ਸਮੇਂ-ਸਮੇਂ ਸਮਾਂ ਕੱਢ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈ ਕਰਕੇ ਕੋਈ ਕਮੀ ਹੋਵੇ ਉਸ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਦੂਰ ਕਰਦੇ ਹਨ। ਔਰ ਨਾਲ ਹੀ ਇੱਕ ਬੇਨਤੀ ਹੋਰ ਕਰਾਂ, ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਜੀ ਦੇ ਨਾਮ ਦੇ ਉੱਤੇ ਸਕੂਲ ਵੀ ਚੱਲ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਜਿਸ ਸਕੂਲ ਦੇ ਵਿੱਚ ਵੈਲ ਐਜੂਕੇਟਡ ਜਿਹੜਾ ਸਟਾਫ ਹੈ, ਬੜੇ ਚੰਗੇ ਢੰਗ ਦੇ ਨਾਲ ਵਿੱਦਿਆ ਦੇ ਕਰਕੇ ਇਲਾਕੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ, ਧਰਮ ਦੀ ਵਿੱਦਿਆ ਪੜ੍ਹਾ ਰਿਹਾ ਹੈ। ਸੋ ਇਹ ਅਸਥਾਨ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖਤਾ ਦੇ ਲਈ, ਨੌਜਵਾਨ ਪੀੜ੍ਹੀ ਦੇ ਲਈ ਚਾਨਣ ਮੁਨਾਰਾ ਵੀ ਹੈ। ਜਿਵੇਂ ਕਿ ਅੱਜ ਦੇ ਸਮੇਂ ਲੜਕੀਆਂ ਦੇ ਉੱਪਰ ਜਾਂ ਧੀਆਂ ਭੈਣਾਂ ਦੀ ਇੱਜ਼ਤ ਦੇ ਉੱਤੇ ਕਟਾਸ਼ ਕੀਤੇ ਜਾਂਦੇ ਨੇ, ਇੱਥੋਂ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਗੁਰੂ ਕੇ ਪਿਆਰੇ ਸਿੱਖਾਂ ਨੇ ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਇੱਕ ਅਵਲਾ ਦੀ ਇੱਜ਼ਤ ਰੱਖਣ ਦੇ ਵਾਸਤੇ, ਭਾਵੇਂ ਕਿ ਉਹ ਜੇ ਧਰਮ ਦੀ ਗੱਲ ਕਰੀਏ ਤਾਂ ਉਹ ਸਿੱਖ ਧਰਮ ਵਿੱਚੋਂ ਵੀ ਨਹੀਂ ਸੀ, ਇਹੋ ਜਿਹੀਆਂ ਗੱਲਾਂ ਨੂੰ ਨਾ ਵਿਚਾਰਦੇ ਹੋਏ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ ਦੇ ਬਚਨ ਅਨੁਸਾਰ ਉਹਦੀ ਇੱਜ਼ਤ ਨੂੰ ਰੱਖਦੇ ਹੋਏ ਆਪਾਂ ਕੁਰਬਾਨ ਕੀਤਾ ਹੈ। ਇਹ ਸਾਨੂੰ ਸਿੱਖਿਆ ਮਿਲਦੀ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ,
ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਇਹ ਸਿੱਖਿਆ ਧਾਰਨ ਕਰਨ ਦੀ ਲੋੜ ਹੈ। ਆਉਣ ਵਾਲੇ ਸਮੇਂ ਵਿੱਚ ਵੀ ਅੱਜ ਵੀ ਇਹ ਸਿੱਖਿਆ ਸਦਾ ਸਾਨੂੰ ਇਹੋ ਜਿਹੇ ਸਥਾਨਾਂ ਤੋਂ ਪ੍ਰਾਪਤ ਹੁੰਦੀ ਰਹੇਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਨੇ। ਗੁਰਦੁਆਰਾ ਸ਼ਹੀਦਾਂ ਲੱਦੇਵਾਲ ਮਾਹਿਲਪੁਰ ਦੇ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਇਤਿਹਾਸ ਸੰਬੰਧੀ ਵਿਸ਼ੇਸ਼ ਜਾਣਕਾਰੀ ਲਈ ਗਿਆਨੀ ਗੁਰਜਿੰਦਰ ਸਿੰਘ ਤੇ ਜਥੇਦਾਰ ਹਰਵੰਸ ਸਿੰਘ ਹੈਡ ਗ੍ਰੰਥੀ ਅਵਤਾਰ ਸਿੰਘ ਮੈਨੇਜਰ ਸਾਹਿਬ ਸਾਰਿਆਂ ਦਾ ਸਹਿਯੋਗ ਦੇਣ ਤੇ ਦਲਜੀਤ ਸਿੰਘ ਅਜਨੋਹਾ ਵੱਲੋਂ ਬਹੁਤ ਬਹੁਤ ਧੰਨਵਾਦ। ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ।